श्री वाहेगुरु साहिब। महिमा साधु संग की सुनहो मेरे मीता, मैल खोई कोट अग हरे निर्मल भय चीता। ऐसी भगत गोबिंद की कीट हस्ती जीता। जो जो कीनो अपनो तिस अपहदान दीता। सिंह बुलाई होय गयो तृण मेर दखीता। श्रम करते दम आड को ते गनी धनीता। कवन बड़ाई कह सकूं बेअंत गुनीता। कर कृपा मोहि नाम देहो नानक दर सरिता। महिमा साधु संग की सुनहो मेरे मीता। साधु संगत दी महिमा है। पिंगले भी पहाड़ ते चढ़ गए, मूर्ख विज्ञानी बन गए, अन्नियां नूं भी दिसन लग पिया। तिन्ना भवनां दी सोझी हो गई गुरुआं दी कृपा नाल। पवित्र हो गए गुरुआं नूं मिल के। ये साधु संगत दी महिमा है। साधु संगत दी ही वडियाई है। साध संगत मिल की नो दान। आ महासंपड़ पाठ बाबा जी कहते सी राजा नहीं करा सकता, महाराजा नहीं करा सकता, प्रधानमंत्री नहीं करा सकता। सारी दुनिया की सुपर पावर कोई राष्ट्रपति है वो भी नहीं करा सकता। कहते हाँ कराउण नूं जेड़ा मर्जी करा ले, पर इनका फल नहीं मिलेगा। ये संपूर्ण नहीं होएगा। संपूर्ण होएगा गुरुआं दे नाल। गुरु विच बैठे होणगे, वो संपूर्ण कराउणगे। बल राजा घरे अपने अंदर बैठा जग करावे। बल राजा जिमें हुण आपां महासंपड़ कर रहे हैं। बल राजा बड़ी सी, वो यग बड़े करा रहा सी। उस युग विच जग दी वडियाई सी, अज नाम दी है। महिमा सचखंड तक पहुंच गई। बलराजे दी भी बड़े यज्ञ कर रहे हैं। जेड़े बहुत शक्तियां पावर वाले देवते सी, वो भी डोलन लगे साड़ी किते गद्दी ना लै जाए। भगवान दे चरना चर्ज की जी, मेहर करो। बड़ राजा बड़े यज्ञ करा रहा है, पता नहीं कित्थों तक पहुंच जाएगा। भगवान नूं शरण वास्ते, उहदे यज्ञ विच नूं शरण वास्ते आ गए। जो शरण लई आए, हुण की पता भगवान ने बावण रूप आ गए। 52 गिठ दा 52 उंगलों का शरीर है। उंगलों से उंगला रखो, इस तरह 52
ਬਾਵਨ 52 ਉਂਗਲਾਂ ਦਾ ਸਰੀਰ ਹੈ ਤੇ 4 ਵੇਦ ਦੇ ਪਾਠ ਸੁਣਾਉਂਦੇ ਆ। ਇੰਨਾ ਕੋਈ ਪੰਡਤ ਆਇਆ ਮਹਾਰਾਜ ਬਾਹਰ ਤੇ 4 ਵੇਦਾਂ ਨੂੰ ਜੁਬਾਨੀ ਸੁਣਾ ਰਿਹਾ ਹੈ ਤੇ ਕੱਦ ਬੜਾ ਛੋਟਾ ਹੈ। ਬਾਵਨ ਰੂਪ ਆਏ। ਜਦੋਂ ਰਾਜਾ ਬੜਾ ਖੁਸ਼ ਯੱਗ ਕਰ ਰਿਹਾ ਸੀ, ਦਾਨ ਕਰ ਰਿਹਾ ਸੀ, ਉਹਨਾਂ ਨੇ ਵੀ ਕਿਹਾ ਜੀ ਮੈਂ ਤੁਹਾਡੇ ਤੇ ਬੜਾ ਪ੍ਰਸੰਨ ਹਾਂ ਕਿ ਤੁਹਾਨੂੰ ਬੜੀ ਬਾਣੀ ਕੰਠੇ ਉਛਲ ਰਹੇ, ਤੁਸੀਂ ਦੁਨੀਆ ਨਿਹਾਲ ਹੋ ਰਹੀ, ਤੁਸੀਂ ਮੰਗੋ ਕੀ ਮੰਗਦੇ। ਹੁਣ ਰਾਜੇ ਅੰਦਰ ਸੱਦਿਆ, ਮੰਗ ਸੁਆਮੀ ਜੋ ਤੁਧ ਪਾਵੇ, ਅਛਲ ਛਲਨ ਤੋਂ ਦਾਇਆ ਸ਼ੁਕਰ ਪ੍ਰੋਹਤ ਕਹਿ ਸਮਝਾ। ਗੁਰੂ ਨੇ ਫਿਰ ਕਿਹਾ ਰਾਜਾ ਇਹ ਪਰਮਾਤਮਾ ਹੀ ਤੈਨੂੰ ਛਲਣ ਆਇਆ ਹੈ, ਤੂੰ ਛੜਿਆ ਜਾਏਗਾ। ਫਿਰ ਗੁਰੂ ਨੇ ਰੱਖਿਆ ਕੀਤੀ। ਗੁਰੂ ਨੇ ਰੱਖਿਆ ਕੀਤੀ। ਜਦੋਂ ਚੂੜੀ ਛੱਡਣੀ ਸੀ ਤੇ ਜਿਹੜੇ ਪਾਣੀ 'ਚ ਬਚਨ ਹੁੰਦਾ ਸੀ ਵੀ ਚੂੜੀ ਛੱਡੋ, ਬਚਨ ਤਾਂ ਪੱਕਾ ਹੈ ਜਿਵੇਂ ਲਿਖਤ ਹੁੰਦੀ। ਉਹ ਗੁਰੂ ਵਿੱਚ ਮੱਖੀ ਬਣ ਕੇ ਬਹਿ ਗਿਆ, ਪਾਣੀ ਹੀ ਰੋਕਦਾ। ਭਗਵਾਨ ਨੇ ਫਿਰ ਵਿੱਚ ਤੀਲਾ ਮਾਰਿਆ, ਉਹ ਅੱਖ ਤੇ ਲੱਗਿਆ, ਭਾਵ ਕਿ ਉਸ ਸਮੇਂ ਵੀ ਗੁਰੂ ਸਹਾਈ ਹੋਏ ਤਾਂ ਉਹਦੇ ਯੱਗ ਸੰਪੂਰਨ ਹੋਏ। ਤੇ ਕੌਤਕ ਕੀ ਹੋਇਆ, ਭਗਵਾਨ ਕਹਿੰਦੇ ਸਾਨੂੰ 2.5 ਕਰਮਾ ਧਰਤੀ ਚਾਹੀਦੀ। ਕਹਿੰਦੇ ਜੀ ਤੁਹਾਡੇ ਦਰਵਾਜ਼ੇ ਅੱਗੇ ਚਾਹੀਦੀ। ਢਾਈ ਕਰਮਾ ਧਰਤੀ। ਉਹਨੇ ਕਿਹਾ ਜੀ ਮਿੰਤੀ ਕਰ ਲਓ। ਜਦੋਂ ਕੀਤਾ ਤੇ 1 ਕਰਮ ਵਿੱਚ ਸਾਰੀ ਧਰਤੀ, 2 ਕਰਮਾਂ 'ਚ ਆਕਾਸ਼, ਸਭ ਕੁਝ ਮਿਲ ਲਿਆ। ਕਹਿੰਦੇ ਅੱਧੀ ਕਰਮ ਰਹਿ ਗਈ। ਵੇਖਿਆ ਵੀ ਇਹਦੀਆਂ ਤਾਂ ਕਰਮਾਂ ਹੀ ਬਹੁਤ ਵੱਡੀਆਂ ਹੈ 52 ਉਂਗਲਾਂ ਦਾ, ਤੇ ਕਰਮ ਮਾਰੀ ਤੇ ਸੰਸਾਰ ਤੇ ਹੀ ਕਰਮ ਮਾਰਦੀ। ਅੱਧੀ ਕਰਮ ਵਾਸਤੇ ਹੁਣ ਝੂਠਾ ਪੈ ਗਿਆ। ਬਾਹਰ ਰਾਜਾ ਗੁਰੂ ਨੇ ਸਮੱਤ ਦਿੱਤੀ, ਰਾਜਾ ਤੇਰਾ ਸਰੀਰ ਹੈਗਾ, ਲੰਮਾ ਪੈ ਜਾ। ਕਹੋ ਜੀ ਅੱਧੀ ਕਰਮਾ ਲੈ ਲਓ। ਜਦੋਂ ਰਾਜਾ ਪੈ ਗਿਆ ਲੰਮਾ ਤੇ ਭਗਵਾਨ ਨੇ ਰੱਖਿਆ ਉੱਤੇ ਪੈਰ ਤੇ ਪਤਾਲਾਂ ਵਿੱਚ ਲੈ ਗਏ। ਕਰੋ 2.5 ਧਰਤੰਗ ਮੰਗ ਪਿੱਛੋਂ ਦੇ ਤ੍ਰਿਓ ਲੋ ਨਾ ਮਾਵੇ, 2 ਕਰਵਾਰ ਕਰ 3 ਲੋ। ਬਲ ਰਾਜਾ ਲੈ ਮਗਰ ਮਨਾਵੇ, ਬਲ ਛੜ ਆਪ ਛਲਾਇਣ। ਲੱਗਾ ਤਾਂ ਰੱਬ ਛੜਨ ਤੇ ਭਗਤ ਦੇ ਨਾਲ ਸੀ ਗੁਰੂ ਬੰਦਾ। ਗੁਰੂ ਦੀ ਕਿਰਪਾ ਦਾ ਸਦਕਾ ਭਗਤ ਨੇ ਰੱਬ ਨੂੰ ਛੱਡ ਲਿਆ। ਆਖੋ ਸੀ ਵਾਹਿਗੁਰੂ। 2 ਕਰਵਾ ਕਰ 3 ਲੋ, ਬਲ ਰਾਜਾ ਲੈ ਮਗਰ ਮਨਾਵੇ, ਬਲ ਛੜ ਆਪ ਛਲਾਇਣ। ਹੋਏ ਦਿਆਲ ਮੇਰੇ ਘਰ ਲਾਵੇ। ਕਹਿੰਦੇ ਲੈ ਫਿਰ ਤੂੰ ਰਾਜ ਹੀ ਕਰਨੇ ਆ ਨਾ, ਸਦਾ ਹੀ ਰਾਜ ਕਰਨੇ ਆ ਤੇ ਦਰਗਾਹ ਦੇ ਰਾਜ ਚਾਉਣਾ ਤੇ ਲੈ ਫਿਰ ਪਤਾਲਾਂ ਦੇ ਲੈ ਲਾ। ਪਤਾਲ ਦਾ ਰਾਜ ਦੇ ਕੇ ਭਗਵਾਨ ਕਹਿੰਦੇ ਹੁਣ ਮੈਂ ਚੱਲੇ ਆ। ਬਲ ਰਾਜਾ ਕਹਿੰਦਾ ਹੁਣ ਕਿੱਥੇ ਚੱਲੇ ਆ?
ਤੂੰ ਕਿਹਾ ਸੀ ਮੈਨੂੰ ਤੇਰੇ ਦਰਵਾਜ਼ੇ ਅੱਗੇ 2.5 ਕਰਮਾਂ ਚਾਹੀਦੀਆਂ, ਮੈਂ 2.5 ਪੂਰੀਆਂ ਕਰਤੀਆਂ। 2 ਕਰਮਾਂ ਵਿੱਚ ਧਰਤੀ ਤੇ ਆਕਾਸ਼ ਬਣਾਤਾ ਹੈ। ਮੰਗੀਆਂ 2.5 ਕਰਮਾਂ ਤੇ ਕਹਿੰਦੇ ਲਓ ਜੀ ਧਰਤੀ ਤੇ ਮੇਰੇ ਦਰਵਾਜ਼ੇ ਅੱਗੇ ਕਰਮ ਮਾਰ ਲਓ। ਕਰਮ ਮਾਰੀ ਤੇ ਸੰਸਾਰ ਆ ਗਿਆ। ਕਹਿੰਦੇ 1 ਕਰਮ ਹੋਈ ਹੈ। ਕਹਿੰਦੇ ਜੀ 1 ਆਕਾਸ਼ ਵੀ ਮੇਰਾ ਹੈ, 1 ਆਕਾਸ਼ 'ਚ ਮਾਰ ਲਓ। ਕਹਿੰਦੇ ਹੁਣ ਅੱਧੀ ਕਰਮ ਰਹਿ ਗਈ। ਅੱਧੀ ਕਰਮ ਕਿੱਥੋਂ ਦੇਵੇ? ਗੁਰੂ ਨੇ ਸਮਤ ਬਖਸ਼ੀ ਕਿ ਰਾਜਾ ਲੰਮਾ ਪੈ ਜਾ। ਇਹ ਭਗਵਾਨ ਹੀ, ਆਖੋ ਜੀ ਵਾਹ। ਭਗਵਾਨ ਦਾ ਬਚਨ ਹੈ। ਇਹ ਦੇਖ ਹੀ ਜਾਂਦੇ ਕੁਝ, ਆਖੋ ਲੈਂਦੇ ਨਹੀਂ। ਇਹ ਭਗਤਾਂ ਦੇ ਹੀ ਵਾਸੇ। ਬਲਸ਼ਲਾ ਪਿਛਲਾਇਣ ਹੋਏ ਦਿਆਲ ਮਿਲੇ ਗੱਲ ਆਵੇ, ਦਿੱਤਾ ਰਾਜ ਪਤਾਲ ਦਾ। ਜਦੋਂ ਜਾਣ ਲੱਗੇ ਭਗਵਾਨ ਤੇ ਬਲ ਰਾਜਾ ਕਹਿੰਦਾ ਜੀ ਹੁਣ ਕਿੱਥੇ ਚੱਲੇ ਜੀ? ਤੁਸੀਂ 2.5 ਕਰਮਾਂ ਹੋਏ ਅਧੀਨ ਭਗਤ ਜਸ ਗਾਵੇ, ਹੋਏ ਦਰਵਾਨ ਮਹਾ ਸੁਖ ਪਾਵੇ। ਉਹਦਾ ਦਵਾਰਪਾਲ ਬਣ ਗਿਆ। ਦਰਵਾਜ਼ੇ ਦੇ ਖੜਨ ਵਾਲਾ ਪਰਮਾਤਮਾ ਸ੍ਰਿਸ਼ਟੀ ਦਾ ਮਾਲਕ ਪਹਿਰੇਦਾਰ ਬਣ ਗਿਆ। ਭਗਤ ਜੀ ਬਾਣੀ 'ਚ ਕਹਿੰਦੇ ਨੇ, ਕਹੋ ਕਬੀਰ ਭਗਤ ਵਸ ਕੇ ਸਭ ਕੱਢਿਓ। ਪੜਿਓ ਪੰਕਤੀ ਗੌਰਵਦਾਸ ਭਗਤ ਵਸ ਕੇ ਸਭ। ਭਗਤ ਵਸ ਕੇ ਬਸ ਬਸ ਬੱਬੇ ਨੇ अज हूँ बढ़ के द्वार खरो। अज हूँ अजे भी किथे साजुग तय माणियो छलियो बड़ बामण पायो। सतयुग दे विच आए बड़ राजे नूं छलिया ते सतयुग तो लैके हुण तक अज हूँ बढ़ के द्वार खरो। अजे भी बड़ राजे दे दरवाजे ते पहरेदार बन के खड़े हो रहे हैं। ये उनकी वडियाई। एक ओंकार सतनाम करता पुरख निरभव, अकाल मूरत अजूनी सैभं गुर प्रसाद। जप आद सच जुगाद सच है भी सच, नानक होसी भी सच। एक ओंकार सतनाम करता पुरख निरभव निर्वैर, अकाल मूरत अजूनी सैभं गुर प्रसाद। जप आद सच जुगाद सच है भी सच, नानक होसी भी सच। एक ओंकार सतनाम करता पुरख निरभव निर्वैर, काल मूरत अजूनी सैभं गुर प्रसाद। जप
ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਨਾਮਾ ਕਹੇ ਭਗਤ ਬਸ ਕੇਸ, ਅਜਹੂ ਬੜ ਕੇ ਦੁਆਰ ਖਰੋ। ਨਾਮਦੇਵ ਕਹਿੰਦਾ ਪ੍ਰਮਾਤਮਾ ਭਗਤਾਂ ਦੇ ਵਾਸੇ ਅਜੇ ਤੱਕ ਬੜ ਰਾਜੇ ਦੇ ਦਰਵਾਜ਼ੇ ਤੇ ਖੜੇ ਹੋਏ। ਇਹ ਮਹਾ ਸੰਪੜ ਪਾਠ ਭਾਵ ਕਿ ਬਾਬਾ ਜੀ ਕਹਿੰਦੇ ਸੀ ਦੁਨੀਆ ਦਾ ਰਾਸ਼ਟਰਪਤੀ ਵੀ ਨਹੀਂ ਕਰਵਾ ਸਕਦਾ, ਰਾਜਾ ਮਹਾਰਾਜਾ ਵੀ ਨਹੀਂ ਕਰਵਾ ਸਕਦਾ। ਕਰਵਾ ਲੇਗਾ, ਪਾਠੀ ਇਕੱਠੇ ਹੋ ਜਾਣਗੇ, ਦੱਸ ਦੇਗਾ, ਦੱਸਿਆ ਜਾਊ ਆ ਸੰਪੜ ਲੱਗਣਾ, ਕਰ ਲੈਣਗੇ, ਪਰ ਸੰਪੂਰਨ ਨਹੀਂ ਹੋਏਗਾ। ਪੂਰਨ ਮਹਾਂਪੁਰਖ ਦੀ ਹਾਜ਼ਰੀ ਤੋਂ ਬਗੈਰ ਇਹ ਸੰਪੂਰਨ ਨਹੀਂ ਹੁੰਦਾ। ਉਲਟਾ ਚੱਕਰ ਚੱਲ ਜਾਂਦਾ ਹੈ। ਵਡਿਆਈ ਗੁਰਮੁਖ ਦੇ ਪ੍ਰਭ, ਹਰ ਪਾਵੇ ਸੋਈ। ਗੁਰਮੁਖਾਂ ਨੂੰ ਵਡਿਆਈ ਮਿਲਦੀ। ਗੁਰੂ ਨਾਨਕ ਦਾ ਦਰਬਾਰ ਸਭ ਤੋਂ ਵੱਡਾ ਹੈ। ਇਹ ਸ਼ਕਤੀਆਂ ਧਰਤੀ ਤੇ ਬਿਰਾਜਮਾਨ ਨੇ। ਅੱਜ ਸੰਸਾਰ ਸੜਦਾ ਪਿਆ, ਤਪਦਾ ਪਿਆ। ਦੁਨੀਆ ਦਾ ਹਾਲ ਕੀ ਹੋਇਆ ਪਿਆ। ਹਰ ਆਦਮੀ ਦੁਖੀ ਹੋ ਗਿਆ। ਹਰ ਆਦਮੀ ਘਿਰ ਗਿਆ। ਹਰ ਕੋਈ ਕਹਿ ਰਿਹਾ ਜੀ ਮੇਰਾ ਬੇੜਾ ਘੁੰਮਣ ਘੇਰੀਆਂ 'ਚ ਫਸ ਗਿਆ ਤੇ ਬਾਬਾ ਨਾਨਕਾ ਤੇਰੇ ਬਗੈਰ ਕੋਈ ਤਾਰੇਗਾ ਨਹੀਂ। ਤੇਰੇ ਬਗੈਰ ਕੋਈ ਜੱਗ 'ਚ ਠੰਡ ਨਹੀਂ ਵਰਤਾਏਗਾ। ਗੁਰੂ ਨਾਨਕ ਹੀ ਠੰਡ ਵਰਤਾਉਣਗੇ। ਛੋਟੀ ਜੀ ਸੰਗਤ ਨੇ ਨਿਮਾਣੀ ਕਹਿ ਲਵੋ, ਇਹ ਮਾਂ ਸੰਪੜ ਪਾਠ ਕੀਤਾ ਹੈ ਤੇ ਬਾਬਾ ਜੀ ਆਪਣੀ ਸੇਵਾ ਲੇਖੇ ਪਾਉਣ, ਚਰਨਾਂ 'ਚ ਲਾਉਣ ਇਹ ਹਾਜ਼ਰੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਔਗਣ ਨਾ ਵਿਚਾਰੋ ਕੋਈ। माटी का क्या तो पै स्वामी, मानस की गाते हैं और कल जुगे। दुनिया में टुटी पई है। नाम जपण वाले भगती करने वाले थोड़े ने, गल्लां वाले ज्यादा। ਅੱਜ ਪਤਾ ਲੱਗਦਾ ਕਿਹੜਾ ਕਿੰਦੇ ਅੰਦਰ ਭਗਤੀ ਨਾਮ ਕਮਾਈ। ਅਸੀਂ ਕਹਿੰਦੇ ਭਾਈ ਨਾਮ ਜਪ ਲਓ, ਇਸ ਤੋਂ ਵੱਡੀ ਕੋਈ ਚੀਜ਼ ਨਹੀਂ। ਸਾਡੇ ਕਈ ਪਰਿਵਾਰ ਆਗੇ ਪੁੱਛੋ ਲੌਕਡਾਊਨ ਤੋਂ ਪਹਿਲੋਂ ਆ ਗਏ, ਬੰਦ ਹੋ ਗਏ। ਆਉਣੇ ਜਾਣੇ ਜਹਾਜ਼ ਰੇਲਾਂ ਬੰਦ, ਦੂਰੋਂ ਦੂਰੋਂ ਆਏ। ਉਹ ਜਿਵੇਂ ਜਿਵੇਂ ਬੰਦ ਹੁੰਦਾ ਮੈਂ ਕਿਹਾ ਬੀਬੀਓ ਤੁਸੀਂ ਫਸ ਗਈਆਂ। ਨਹੀਂ ਬਾਬਾ ਜੀ ਅਸੀਂ ਕਿਉਂ ਫਸੀਆਂ,
ਵੀ ਬੰਦ ਹੋ ਗਿਆ। ਸਾਡੇ ਤਾਂ ਭਾਗ ਖੁੱਲ ਗਏ। ਮੈਂ ਕਿਹਾ ਤੁਹਾਡੇ ਘਰ ਦੇ ਕਹਿੰਦੇ ਹੋਣਗੇ ਤੁਸੀਂ ਫਸ ਗਏ। ਕਹਿੰਦੇ ਨਹੀਂ ਜੀ ਅਸੀਂ ਤਾਂ, ਉਹ ਕਹਿੰਦੇ ਅਸੀਂ ਬੜੇ ਖੁਸ਼ ਹਾਂ ਤੁਸੀਂ ਗੁਰੂ ਦੇ ਚਰਨਾਂ 'ਚ ਸੇਵਾ ਕਰਦੀਆਂ ਜੀ, ਅਸੀਂ ਬੜੇ ਪ੍ਰਸੰਨ ਹਾਂ। ਅੱਜ ਮੈਂ ਕਿਹਾ ਹਜ਼ੂਰ ਸਾਹਿਬ ਦੇ ਦਰਸ਼ਨਾਂ ਨੂੰ ਦੁਨੀਆ ਤਰਸਦੀ। ਭਾਗਾਂ ਵਾਲਾ ਉੱਥੇ ਜਾਂਦਾ ਸੀ, ਅੱਜ ਤਮਾਸ਼ਕ ਵੀਰ ਜਾਂਦੇ ਨੇ, ਉੱਥੋਂ ਵੀਡੀਓ ਪਾਉਂਦੇ ਜੀ ਅਸੀਂ ਫਸ ਗਏ ਹਜ਼ੂਰ ਸਾਹਿਬ 'ਚ। ਜੇ ਤੁਸੀਂ ਸੱਚਖੰਡ 'ਚ ਫਸ ਗਏ ਜੇ ਫਿਰ ਨਰਕ 'ਚ ਹੀ ਛੁੱਟੋਗੇ। ਕਹਿੰਦੇ ਹਜ਼ੂਰ ਸਾਹਿਬ ਫਸ ਗਏ, ਰੋਟੀ ਮਿਲਦੀ, ਲੰਗਰ ਮਿਲਦਾ, ਸੱਚਖੰਡ 'ਚ ਬੈਠੇ, ਹੁਣ ਨਰਕ 'ਚ ਫਿਰ ਛੁੱਟਣਗੇ। ਜਿਹੜੇ ਸੱਚਖੰਡ 'ਚ ਫਸੇ ਆ ਉਹ ਨਰਕਾਂ 'ਚ ਹੀ ਛੁੱਟ ਸਕਦੇ ਆ। ਨਰਕ ਚੰਗੇ ਲੱਗਦੇ ਆ ਤੇ ਸੱਚਖੰਡ ਮਾੜਾ ਲੱਗਦਾ ਹੈ। ਕਈ ਮਹਾਂਪੁਰਖ ਗਏ, ਉਹਨਾਂ ਕਿਹਾ ਵੀ ਅਸੀਂ ਵਾਪਸ ਹੀ ਨਹੀਂ ਜਾਣਾ। ਬਾਬਾ ਨਿਧਾਨ ਸਿੰਘ ਦਰਸ਼ਨ ਕਰਨ ਗਏ ਤੇ ਰੀਝ ਆਈ, ਲੰਗਰ ਲਾਗੀ। ਸੰਗਰੂਰ ਦੇ ਇਲਾਕੇ ਦੇ ਸੀ, ਛੋਟਾ ਮੋਟਾ ਲੰਗਰ ਲਾਉਣ, ਕੋਈ ਲਾਉਣ ਨਾ ਦੇਵੇ, ਝੌਂਪੜੀ ਪੱਟਦੇ ਪੜ ਕੇ। ਉਧਰਲੇ ਲੋਕ ਪਰੇਸ਼ਾਨ ਕਰਨ। ਕਾਹਦਾ ਪਰੇਸ਼ਾਨ ਕਰਨਾ ਸੀ? ਮਹਾਰਾਜ ਦੀ ਆਪਣੀ ਲੀਲਾ ਸੀ, ਭਗਤ ਨੂੰ ਆਪਣੀ ਯਾਦ ਕਰਾਉਣੀ। ਅੱਜ ਬਿਮਾਰੀ ਕੋਈ ਨਹੀਂ, ਅੱਜ ਦੀ ਬਿਮਾਰੀ ਰੱਬ ਨੂੰ ਯਾਦ ਕਰਾਉਂਦੀ, ਗੁਰੂ ਦੇ ਨੇੜੇ ਲਾਉਂਦੀ ਏ। ਅਵਰ ਕਾਜ ਤੇਰੇ ਕਿਤੇ ਨਾ ਕੰਮ, ਕੰਮ ਤਾਂ ਸਾਡੇ ਕੰਮ ਦੇ ਹੀ ਨਹੀਂ। ਨਾਮ ਹੀ ਉਤਮ ਹੈ ਤੇ ਨਾਮ ਅਸੀਂ ਜਪ ਸਕਦੇ ਹਾਂ। ਜਿਹੜੇ ਬਹਿ ਕੇ ਘਰਾਂ 'ਚ ਨਾਮ ਜਪ ਕੇ ਛੁੱਟੀ ਦਾ ਸੀ, ਅੱਜ ਅਸੀਂ ਫਸੇ ਹੋਏ ਹਾਂ। ਆਦਤਾਂ ਮਾੜੀਆਂ ਨਾ, ਮਹਾਂਪੁਰਖਾਂ ਦੇ ਦਰਬਾਰਾਂ 'ਚ ਅਸੀਂ ਫਸੇ ਹੋਏ ਹਾਂ। ਇੱਕ ਬੰਦਾ ਵੀ ਨਹੀਂ ਬੋਲਿਆ ਵੀ ਤੁਸੀਂ ਸੱਚਖੰਡ ਬੈਠੇ ਜੇ, ਇੱਥੇ ਹੁਣ ਆਏ ਨੇ ਤੇ ਹੁਣ ਮਹੀਨਾ ਸਰਕਾਰ ਨੇ ਫਿਰ ਕੋਠਿਆਂ 'ਚ ਬੰਦ ਕਰ ਦੇਣਾ। ਕਈ ਬੰਦੇ ਨਿਕਲ ਆਏ ਨਾ ਬਿਮਾਰੀ ਵਾਲੇ, ਹੁਣ ਸਾਰਿਆਂ ਦੇ ਘਰਾਂ ਦੇ ਅੱਗੇ ਚਿੱਟਾਂ ਲੱਗ ਗਈਆਂ ਕਿ ਬੰਦਾ ਮਹੀਨਾ ਮਹੀਨਾ ਨਿਕਲ ਨਹੀਂ ਸਕਦੇ। ਇੰਨੇ ਬੰਦਿਆਂ ਨੂੰ ਸਰਕਾਰ ਰੱਖ ਨਹੀਂ ਸਕਦੀ। ਸਾਡਾ ਭਗਤੀ 'ਚ ਮਨ ਨਹੀਂ, ਕਿਵੇਂ ਅਸੀਂ ਖੜਾਂਗੇ? ਮਨ ਸਾਡਾ ਦੁਨੀਆ 'ਚ, ਦੁਨੀਆ ਦਾ ਇੱਥੇ ਕੋਈ ਕੰਮ ਚੱਲਦਾ ਹੀ ਨਹੀਂ। ਘਰਾਂ ਨੂੰ ਐਵੇਂ ਤਰਸੇ ਜਿਵੇਂ ਸਵਰਗਪੁਰੀ 'ਚ ਜਾਣਾ ਹੁੰਦਾ। ਇਉਂ ਰੋਂਦੇ ਸੀ ਘਰਾਂ ਨੂੰ। ਗੁਰੂ ਸਾਹਿਬ ਕਹਿੰਦੇ ਗੰਦਗੀ ਦਾ ਕੀੜਾ ਗੰਦਗੀ 'ਚ ਹੀ ਰਹਿ ਸਕਦਾ, ਇਹ ਨਹੀਂ ਰਹਿ ਸਕਦਾ ਚੰਗੀ ਥਾਂ ਤੇ, ਮਰ ਜਾਏਗਾ। ਬਾਬਾ ਜੀ ਕਹਿੰਦੇ, ਬਾਬਾ ਈਸ਼ਰ ਸਿੰਘ ਜੀ ਭੰਗੀ, ਗੰਦ ਢੋਣ ਵਾਲਾ ਜਮਾਦਾਰ, ਅਤਰ ਦੀ ਦੁਕਾਨ ਤੇ ਚਲਾ ਗਿਆ ਤੇ ਬੇਹੋਸ਼ ਹੋ ਕੇ ਡਿੱਗ ਪਿਆ। ਕਹਿੰਦੇ ਇੱਥੇ ਤਾਂ ਕੋਈ ਮਾੜੀ ਚੀਜ਼ ਨਹੀਂ ਸੀ ਜਿਹੜੀ ਇਹਦੀ ਨੱਕ ਨੂੰ ਚੜ ਗਈ ਏ, ਇਹ ਕਿਉਂ ਡਿੱਗ ਪਿਆ? ਕਹਿੰਦੇ ਜੀ ਇਹ ਕੋਈ ਵਜ਼ੀਰ ਨਹੀਂ, ਕੋਈ ਰਾਜਾ ਨਹੀਂ, ਕੋਈ ਸ਼ਾਹੂਕਾਰ ਨਹੀਂ, ਇਹ ਜੀ ਗੰਦ ਖਾਣ ਵਾਲਾ ਭੰਗੀ। ਇਹਨੂੰ ਅਤਰ ਫਲੇਲ ਮਾਫ ਨਹੀਂ ਆਇਆ, ਇਹ ਪੁੱਠਾ ਹੋ ਕੇ ਡਿੱਗ ਪਿਆ। ਇਹਦੇ ਗੰਦ ਨੱਕ ਤੇ ਪੜਨੋਂ ਹੁਣੇ ਉੱਠ ਪਏਗਾ। ਅਤਰ ਫਲੇਲ ਵਾਲੀ ਦੁਕਾਨ ਦੇ ਭੰਗੀ ਗਸ਼ ਖਾ ਕੇ ਡਿੱਗ ਪਿਆ। ਜਦੋਂ ਨੱਕ ਤੇ ਗੰਦ ਬਣਿਆ ਤੇ ਉੱਠ ਕੇ ਬਹਿ ਗਿਆ।
ਅਸੀਂ ਗੰਦ ਨਾਲ ਉੱਠਦੇ ਹਾਂ। ਅਤਰ ਫਲੇਲ ਸੱਚਖੰਡ ਨਿਆਮ ਨਾਲ ਸਾਨੂੰ ਗਸ਼ਾ ਪੈਂਦੀਆਂ। ਗੰਦ ਖਾਣ ਵਾਲੀਆਂ ਸਾਡੀਆਂ ਤਸਵੀਰਾਂ ਨੇ। ਸਾਰਿਆਂ ਨੂੰ ਬੇਨਤੀਆਂ ਕਰ, ਇੱਕ ਇੱਕ ਗੱਲ ਦਾਸ ਨੇ ਕਈ ਮਹੀਨੇ ਪਹਿਲੋਂ ਕਹੀ ਸੀ, ਕਈ ਸਾਲਾਂ 'ਚ ਪਹਿਲੋਂ ਕਹੀ ਸੀ ਵੀ ਮਾਂ ਸੰਪੜ ਕਰੋ ਭਾਈ, ਅੰਦਰ ਵੜ ਜਾਓ। ਬਾਬਾ ਜੀ ਕਰਵਾ ਰਹੇ ਸੀ 10 ਸਾਲਾਂ ਤੋਂ। ਅੰਦਰ ਵੜ ਜਾਓ, ਅੰਦਰ 21 ਦਿਨਾਂ ਵਾਸਤੇ। ਤੇ ਜਿਹੜੇ ਸਾਡੇ ਸੇਵਾਦਾਰ ਜਿੱਥੇ ਜਿੱਥੇ, ਜਿਵੇਂ ਇੱਥੇ ਮੰਟਾ ਜੀ ਨੇ ਜਾਂ ਹੋਰ ਮੇਜਰ ਸਿਉਣੀ, ਇਹਨਾਂ ਨੂੰ ਪੁੱਛੋ, ਘਰਾਂ 'ਚ ਨਹੀਂ ਜਾਂਦੇ ਸੀ, ਕੱਲੇ ਕੱਲੇ ਕੋਲ ਜੀ ਆ ਜਾਓ ਮਾਂ ਸੰਪੜ ਪਾਠ, ਆ ਜਾਓ ਫਲਾਣੀ ਥਾਂ ਤੇ, ਇੱਕ ਬੰਦਾ ਚਲੇ ਜਾਓ ਆਪਣੇ ਸਥਾਨ ਵਾਲੇ ਕੀ ਚਲਾ ਜਾਵੇ ਉੱਥੇ। ਇਹਨਾਂ ਦੇ ਹੱਥ ਖੜੇ ਹੋ ਜਾਂਦੇ ਸੀ, ਲੁਕਦੇ ਸੀ, ਘਰਾਂ ਨੂੰ ਵੜਦੇ ਸੀ। ਤੇ ਅੱਜ ਮੂਲੇ ਖੱਤਰੀ ਵਾਂਗੂ ਹੁਣ ਲੁਕ ਲਵੋ, ਹੁਣ ਲੁਕ ਲਵੋ ਤੁਸੀਂ। ਇਹ ਖੁੱਲੇਗਾ ਕਿ ਨਹੀਂ ਖੁੱਲੇਗਾ ਇਹ ਪ੍ਰਮਾਤਮਾ ਨੂੰ ਪਤਾ ਹੈ। ਇਹਦੇ 'ਚ ਕੀ ਹੋਏਗਾ ਨਹੀਂ ਹੋਏਗਾ। ਇਸ ਬਿਮਾਰੀ ਦਾ ਅੰਤ ਹੁੰਦਾ ਮੌਤ, ਅੰਤ ਹੁੰਦਾ ਅੰਤ। ਤੇ ਇਹਦੇ ਅੰਤ ਦਾ ਕਿਹਨੂੰ ਪਤਾ ਹੈ। ਕਿਹੜੀਆਂ ਜ਼ਮੀਨਾਂ, ਕਿਹੜੇ ਕਾਰੋਬਾਰ, ਕਿਹੜੇ ਘਰ ਤੁਹਾਡੇ ਨਾਲ ਜਾਣਗੇ। ਗੁਰੂ ਸਾਹਿਬ ਨੇ ਕਿਹਾ ਕੰਮ ਨਹੀਂ। ਗੁਰੂ ਨਾਨਕ ਦੇਵ ਜੀ ਨੇ ਯਾਰੀ ਪਾੜੀ ਮੂਲੇ ਕਰਾੜ ਨਾਲ, ਤੇ ਕਰਾੜ ਵੀ ਬੜਾ ਯਾਰ ਬਣ ਗਿਆ ਗੁਰੂ ਸਾਹਿਬ ਦਾ। ਬਚਨ ਹੋ ਗਏ ਜੀ ਮੈਂ ਨਾਲ ਹੀ ਰਹਾਂਗਾ ਤੁਹਾਡੇ, ਜਿੱਥੇ ਜਾਓਗੇ ਨਾਲ। ਪਹਿਲੀ ਸੱਟੇ ਹੀ ਮੂਲਾ ਲੁਕ ਗਿਆ। ਤੇ ਦੋਸਤੀ ਦਾ ਦੁੱਖ ਤਾਂ ਆਉਂਦਾ ਜਦੋਂ ਦੋਸਤ ਧੋਖਾ ਦੇਵੇ। ਗੁਰੂ ਸਾਹਿਬ ਨੇ ਬਾਣੀ 'ਚ ਲਿਖਤਾ, ਆ ਪੜਿਓ। ਨਾਲ ਕਰਾੜਾਂ ਦੋਸਤੀ ਕੂੜੇ ਕੂੜੀ ਪਾਏ। ਇਹ ਕਰਾੜਾਂ ਦੀ ਦੋਸਤੀ ਝੂਠੀ ਹੈ, ਇਹ ਝੂਠੀਆਂ ਨੇ, ਨਿਭ ਨਹੀਂ ਸਕਦੀਆਂ। ਮਰਨ ਨਾ ਜਾਪੇ ਮੂਲਿਆ, ਆਵੇ ਕਿਤੇ ਥਾਏ। ਮੂਲਿਆ ਤੈਨੂੰ ਪਤਾ ਨਹੀਂ ਮਰਨਾ ਹੈ। ਤੂੰ ਭਜਦਾ ਘਰ ਨੂੰ, ਪਰਿਵਾਰ ਨੂੰ। ਤੈਨੂੰ ਨਹੀਂ ਪਤਾ ਜਿਹੜਾ ਗੁਰੂਆਂ ਤੋਂ ਮੂੰਹ ਫੇਰਦਾ ਵਿਛੜਦਾ, ਉਹਦੇ ਮੌਤ ਹੀ ਪੱਲੇ ਪੈਂਦੀ। ਉਹਨੂੰ ਧਰਤੀ ਨਹੀਂ ਚੱਕਦੀ। ਕਿੱਥੇ ਕਿਹੜੇ ਤੇਰੇ ਘਰ ਕੰਮ ਆਉਣਗੇ, ਕਿਹੜੀ ਤੇਰੀ ਘਰ ਵਾਲੀ ਤੇਰੇ ਨਾਲ ਮਰੂਗੀ। ਕਤਲ ਕਰਦਾ ਸੀ ਬਾਲਮੀਕ, ਲੁੱਟ ਲੈਂਦਾ ਸੀ। ਮਹਾਂਪੁਰਖਾਂ ਨੇ ਕਿਹਾ ਕਿੰਨਾ ਪਿੱਛੇ ਲੁੱਟਦਾ ਹੈ। ਉਹ ਤੇਰੇ ਦਰਗਾਹ 'ਚ ਤੇਰੀ ਥਾਂ ਤੇ ਖੜਨਗੇ ਜੀ, ਬੜੇ ਪਿਆਰੇ ਮੇਰੇ, ਮੇਰੀ ਕਦਮ 'ਚ ਕਦਮ ਰੱਖਦੇ ਆ, ਮੇਰਾ ਨਾਂ ਲੈ ਕੇ ਜੀਂਦੇ ਆ। ਉਹ ਖੜਨਗੇ, ਮੈਂ ਉਹਨਾਂ ਵਾਸਤੇ ਇੰਨਾ ਕੁਝ ਕਰ ਰਿਹਾ। ਕਹਿੰਦੇ ਜਾ ਫਿਰ ਪੁੱਛਿਆ, ਜੇ ਉਹ ਖੜਨਗੇ ਨਾ ਤੇਰੀ ਥਾਂ ਤੇ ਤੂੰ ਸਾਨੂੰ ਮਾਰ ਲਵੀਂ ਭਾਈ, ਮਾਰ ਕੇ ਲੁੱਟ ਲਵੀਂ। ਜੇ ਨਹੀਂ ਖੜਨਗੇ ਤੇ ਆਣ ਕੇ ਦੱਸ ਦੇ। ਵਾਟੇ ਮਾਨਸ ਮਾਰਦਾ ਬੈਠਾ ਬਾਲਮੀਕ ਬਟਵਾਰਾ। ਪੁੱਛਿਆ ਜਾ ਕੇ, ਘਰ ਵਿੱਚ ਪੁੱਛਣ ਘੱਲਿਆ।
ਘਰ ਵਿੱਚ ਪੁੱਛਣ ਘੱਲਿਆ ਅੰਤ ਕਾਲ ਹੈ ਕੋਏ ਜਾ ਅਸਾੜਾ। ਪੁੱਛਿਆ ਤੇਰਾ ਅੰਤ ਵੇਲੇ ਕੋਈ ਹੈਗਾ ਹੀ, ਤੇਰੇ ਮਰਨ ਲੱਗਿਆ ਨਾਲ ਮਰੇਗਾ, ਤੇਰੀ ਨਾਲ ਜਾਏਗਾ, ਤੇਰੀ ਥਾਂ ਤੇ ਪਾਪਾਂ ਦਾ ਲੇਖਾ ਦੇਵੇਗਾ। ਜਿਹੜੇ ਤੈਨੂੰ ਖਾ ਰਹੇ ਨੇ ਇਹ ਦੇਣਗੇ ਲੇਖਾ। ਹਾਂਜੀ। ਕੋੜ ਮੜਾ ਚੋਖਨੀਐ ਕੋਈ ਨਾ ਬੇਲੀ ਕਰਦੇ ਝਾੜਾ। ਸਾਰਾ ਕੋੜ ਮੜਾ ਇਕੱਠਾ ਹੋ ਗਿਆ, ਕੋਈ ਨਹੀਂ ਬੇਲੀ ਕਹਿੰਦੇ। ਅਸੀਂ ਕਿਉਂ ਤੇਰੀ ਥਾਂ ਤੇ ਪਾਪ ਚੱਕਾਂਗੇ, ਅਸੀਂ ਕਿਉਂ ਤੇਰੀ ਥਾਂ ਤੇ ਦਰਗਾਹ 'ਚ ਮਰਾਂਗੇ, ਲਿਆ ਕੇ ਦੇ ਜਿੱਥੋਂ ਮਰਜੀ ਸਾਨੂੰ ਦੇ। ਸਾਰਾ ਕੋੜ ਮੜਾ ਜਵਾਬ ਦੇ ਗਿਆ। ਫਿਰ ਉਹ ਮਹਾਂਪੁਰਖਾਂ ਦੇ ਚਰਨੀ ਪਿਆ ਤੇ ਨਾਮ ਜਪਣ ਲੱਗਿਆ, ਤੇ ਏਡੇ ਵੱਡੇ ਮਹਾਂਪੁਰਸ਼, ਏਡੇ ਵੱਡੇ ਸੰਤ ਭਗਤ ਸ਼੍ਰੋਮਣੀ ਵਾਲਮੀਕ ਜੀ ਬਣੇ। ਗੁਰੂਆਂ ਤੋਂ ਬਗੈਰ ਕੋਈ ਨਹੀਂ ਸਾਡਾ। ਬਚ ਸਕਦੇ ਆਪਾਂ ਜੇ ਬਚਨ ਮੰਨੀਏ। ਬਾਬਾ ਜੀ ਦੀਆਂ ਸਾਖੀਆਂ ਵੀ ਦਾਸ ਕਈ ਵਾਰੀ ਸੁਣਾਉਂਦਾ ਸੀ ਕਿ ਭਾਈ ਨਿਤਨੇਮ ਕਰੋ ਢਾਈ ਘੰਟੇ। ਭੱਜੇ ਫਿਰਦੇ ਜੇ ਗੁਰਦੁਆਰਿਆਂ 'ਚ, ਤੀਰਥਾਂ ਤੇ, ਘਰ 'ਚ ਤੁਸੀਂ ਕਦੀ ਨਹੀਂ ਕੀਰਤਨ ਕਰਦੇ। ਰਾਗੀਆਂ ਪਾਠੀਆਂ ਨੂੰ ਦਾਸ ਕਹਿੰਦਾ ਹੈ, ਕਦੀ ਨਹੀਂ ਗੁਰੂ ਸਾਹਿਬ ਨੂੰ ਸੁਣਾਇਆ ਕੀਰਤਨ। ਬੜੇ ਬੜੇ ਵੱਡੇ ਪ੍ਰੋਗਰਾਮ ਕਰਦੇ ਜੇ, ਪਰ ਘਰ 'ਚ ਕੀਰਤਨ ਕਰੋ, ਨਿਤਨੇਮ ਕਰੋ, ਨਹੀਂ ਤਾਂ ਗੁਰੂ ਨੂੰ ਕਰਵਾਉਣਾ ਆਉਂਦਾ ਹੈ। ਬਾਬਾ ਖੇਮ ਸਿੰਘ ਜੀ ਕਹਿੰਦੇ ਸੀ ਉਹਨੂੰ ਕਰਵਾਉਣਾ ਆਉਂਦਾ ਹੈ। ਅੱਜ ਹੁਣ ਰਾਗੀ ਲੱਗੇ ਵਾਜੇ ਖੋਲ ਖੋਲ ਕੇ ਘਰਾਂ 'ਚ ਕੀਰਤਨ ਕਰ। ਜਿਹੜੇ ਨਿਤਨੇਮ ਨਹੀਂ ਕਰਦੇ ਸੀ ਅੱਜ ਕਰਨ ਲੱਗੇ ਆ, ਹੋਰ ਕੋਈ ਚਾਰਾ ਹੀ ਨਹੀਂ। ਭੱਜਦੇ ਸੀ ਗੁਰੂ ਸਾਹਿਬ ਨੂੰ ਛੱਡ ਕੇ, ਪ੍ਰਕਾਸ਼ ਨਹੀਂ ਕਰਨਾ, ਭੋਗ ਨਹੀਂ ਨਿਵਾਉਣਾ, ਮੱਥਾ ਹੀ ਨਹੀਂ ਟੇਕਣਾ। ਅੱਜ ਬੜੇ ਰੋ ਕਮਰੇ ਅੱਜ ਹੁਣ ਖਹਿੜਾ ਹੀ ਤਾਂ ਛੁੱਟਣਾ। ਫਿਰ ਬਾਬਾ ਖੇਮ ਸਿੰਘ ਜੀ ਡਰੋਲੀ ਦੇ ਪੋਤਰੇ ਦੀ, ਸਤਨਾਮ ਸਿੰਘ ਦੇ ਪੁੱਤਰ ਦੀ ਸਾਖੀ ਸੁਣਾਉਣੀ ਦਾਸ ਨੇ ਸੁਣੀ ਉਹਨਾਂ ਤੋਂ। ਬਾਬਾ ਜੀ ਕਹਿੰਦੇ ਸੀ ਤੂੰ ਸਤਨਾਮ ਸਿੰਘ ਦਾ ਪੁੱਤਰ ਏ, ਬਾਬੇ ਨੰਦ ਸਿੰਘ ਦੇ ਸੰਗੀਓ, ਨਿਤਨੇਮ ਕੀ ਤੇਰਾ? ਬਾਬਾ ਜੀ ਬਾਹਰ ਹਾਂ, ਬਾਹਰਲੇ ਦੇਸ਼, ਕਈ ਘੰਟੇ ਕੰਮ ਕਰੀਦਾ ਜੀ, ਨਿਤਨੇਮ ਦਾ ਟਾਈਮ ਨਹੀਂ ਹੈਗਾ। ਮੈਂ ਦਸਵੰਧ ਮਾਇਆ ਦਾ ਜਿੰਨਾ ਕੋ ਕੱਢੀ ਜਾਵਾਂਗਾ, ਮੇਰੇ ਕੋਲ ਨਿਤਨੇਮ ਦਾ ਸਮਾਂ ਨਹੀਂ। ਬਾਬਾ ਜੀ ਕਹਿੰਦੇ ਤੇਰੀ ਮਾਇਆ ਨੂੰ ਅਸੀਂ ਕੀ ਕਰਨਾ? ਜੇ ਤੇਰੇ ਕੋਲ ਨਿਤਨੇਮ ਨਹੀਂ ਨਾ, ਤੇ ਤੇਰੀ ਮਾਇਆ ਸਾਡੇ ਵਾਸਤੇ ਜ਼ਹਿਰ ਹੈ। ਮਾਇਆ ਸੰਗੀਆਂ ਦੀ ਅਮਰ ਦੇ, ਜਿਹੜੇ ਦਸਵੰਧ ਕੱਢਦੇ ਆ, ਨਿਤਨੇਮ ਕਰਦੇ, ਤੇਰੇ ਡਾਲਰ ਸਾਡੇ ਕੀ ਕੰਮ? ਬਾਬਾ ਜੀ ਬੜੀ ਮੁਸ਼ਕਲ ਹੈ, ਬੜਾ ਤਗੜਾ ਕਾਰੋਬਾਰ। ਜਿੱਥੇ ਨੌਕਰੀ ਦੇ ਮੈਂ ਲੱਗਿਆ ਉੱਥੇ ਉਹਨੇ ਘੰਟੇ ਲਾਉਣੇ ਪੈਣੇ ਆ, 16 ਘੰਟਿਆਂ ਤੱਕ ਵੀ, 14 ਘੰਟਿਆਂ ਤੱਕ ਵੀ ਕੰਮ ਕਰੀਦਾ। ਘੰਟੇ ਘੰਟੇ ਦੇ ਡਾਲਰ ਗਿਣ ਗਿਣ ਕੇ ਬਣਦੇ ਆ, ਇੱਕ ਇੱਕ ਡਾਲਰ ਦੇ ਕਈ ਪੈਸੇ ਬਣ ਜਾਂਦੇ ਆ। ਬਾਬਾ ਜੀ ਕਹਿੰਦੇ ਨਹੀਂ, ਪਹਿਲੋਂ ਭਾਈ ਨਿਤਨੇਮ। ਬਾਬਾ ਜੀ ਮੈਂ ਤੁਹਾਡੇ ਨਾਲ ਝੂਠਾ ਬਚਨ ਕਰਾਂ, ਬੜਾ ਔਖਾ ਹੈ। ਕਹਿੰਦੇ ਫਿਰ ਗੱਲ ਸੁਣ ਲਾ, ਗੁਰੂ ਉਹੋ ਜੀ ਥਾਂ ਤੇ ਖਿਲਾਰੇਗਾ, ਤੂੰ ਕਰੇਗਾ ਨਿਤਨੇਮ, ਤੇ ਫਿਰ ਤੇਰਾ ਖਹਿੜਾ ਛੁੱਟੇਗਾ। ਉਹਨੂੰ ਸਭ ਕੁਝ ਕਰਨਾ ਆਉਂਦਾ। ਕਹਿੰਦੇ ਤੁਸੀਂ ਕਰਾ ਲਓ ਆਪਣੀ ਸ਼ਕਤੀ ਨਾਲ, ਮੈਂ ਨਹੀਂ ਕਰ ਸਕਦਾ। ਜਦੋਂ ਗਿਆ ਤੇ ਕੰਮ ਤੋਂ ਜਵਾਬ, ਜਿਹਨੂੰ ਪੁੱਛੇ ਕੰਮ ਦੀ ਨਾ ਕੋਈ ਲਾਵੇ। ਮੁੰਡਿਆਂ ਨੂੰ ਕਹਿੰਦਾ ਮੈਨੂੰ ਛੱਡਿਓ ਨਾਨਕਸਰ ਠਾਠ 'ਚ, ਉੱਥੇ ਬਣਾਈ ਭਾਈ ਕੀ ਸਮਾਧ ਵਾਲੇ ਮਹਾਂਪੁਰਖ। ਸਾਰਾ ਦਿਨ ਲੱਗਾ ਸੁਖਮਨੀ ਦੇ ਪਾਠ ਕਰਨ, ਮਾਫੀਆਂ ਮੰਗਣ, ਜਪਜੀ ਸਾਹਿਬ ਦੇ ਪਾਠ, ਮਾਲਾ ਕਰਨ। ਦਿਨ ਲੰਘ ਗਏ, ਹਫ਼ਤੇ ਲੰਘ ਗਏ, ਘੰਟੇ ਘੰਟੇ ਦੇ ਡਾਲਰ ਮਰਦਾ ਪਿਆ ਹੁਣ।
कोई भी काम ते रखण नूं नहीं तैयार, हाँ नहीं करदा। सारे कामां कारां तो जवाब। महीने लंघ गए, तोबा तोबा की गुरु साहब अगे जी, मैं करांगा नितनेम सवेर दा, नाले करांगा शाम दा, मैनू कम बख्श दिओ, किरत बख्श दिओ। ते गुरु साहब ने फिर पूरियां लकीरां कढ़ा कढ़ा के ना पूरा पक्का नितनेमी बना के ते फिर बख्शे कारोबार। आखो वाहिगुरू। असी भजदे हाँ, नितनेम तो भजदे हाँ, अमृत वेले उठन तो भजदे हाँ, घरां च कीर्तन करन दे चोर हाँ, गुरु साहब की सेवा करन दे चोर हाँ। बाबा जी ने इन्ना रंग चाढ़िया संगियां दे, काम करते सी, सिर ते गट्ठा ढोंदे। बाबा जी ने मेहर कर दी, मशीन लग गई फैक्ट्री की, 2 मशीनां लग गई, कामकार बड़े वधे, कई फैक्ट्रियां खुल गई। बाबा जी ने कहा सी गुरु साहब का कमरा, नितनेम, आप सेवा, नानकसर लंगर लिया, ये ना छड्डियो, गुरु साहब की सेवा करनी। अपने पाठी सिंह उन्होंने करे, पाठी सिंह सी, आप वो चले गए बाहर किते। बेटे ने कहा जी मैं गुरु साहब की सेवा नाल मैनू कोई मतलब नहीं, मैं नहीं कर सकता, मैं बेअदबी करांगा, तुसी गुरु साहब नू बंद करके कमरा बंद कर दिओ, हुण लॉकडाउन हो गया। ते पाठी सिंह नू तू हुण नहीं होना, नौ भी है, पुत भी है, पोतरा भी है, आप तो पासे गए। गुरु साहब दे ताले लवा दे। चलो 2 दिन बाद खुल जाएगा, 4 दिन बाद खुल जाएगा, असी काम करने हुण खुल गया। गुरु साहिबां नूं बंद किया पिया सी, ताले लगे पे सी। मैं भी क्या भाई आ काम ना करो, आप गुरु साहब की सेवा साड़ी मंजूर करनगे, जिमें भी करा। तुहानू इसलिए कारोबार ते फैक्ट्रियां दित्तियां कि तू गुरु साहब नू मत्था भी ना टेको, सेवा भी ना करो, नानकसर लंगर लेके भी ना जाओ, उल्टियां नुकताचीनियां करो। इस करके नहीं गुरुआ ने दिता। पर जो बुध फिरे, दिन आ जान कामकार वापसी होने दे, मेरा वापस जान दी तैयारियां हो जान, बरकत फिर पहलो दिमाग घूमता। लेने देने नहीं बाबा जी के घर दे किसी नाल, इको ही है कि सच्ची सुच्ची कमाई का दसवंध चाहिए। वो गुरु तुहाडे वास्ते जमा करते हैं, अगे भुखा क्या खाए, अगे की करोगे। हुण तुसीं 9 हिस्से खाओ, आपदी सच्ची सुच्ची कमाई का 10वां हिस्सा गुरु का रहन दिओ, जिमें भी किवें कढ़ लो। सारे मूल चों नहीं कढ़ना हुंदा, जो गुरु साहब सानू कमाई बख्शदे उनका दसवंध हुंदा है। बाकी 9 हिस्से तुसी घर वरतो। दूसरा 24 घंटिया च 2.5 घंटे बाबा जी कहते नाम दा। बाबा कुंदन सिंह जी तो गुरु साहब की सेवा च 24 घंटे मस्त सी, ते बाबा खेम सिंह जी को समा सी लोगों नाम दा महिमा प्रचार करन दा, बाबा जी भी करते सी, पर मुख ड्यूटी बाबा खेम सिंह जी दी सी, संगतां दी झोली च नाम दियां दातां पाउंदे सी। 71 तो नहीं, पर मैं 75 तो लैके
2010 तक उन्हां महापुरखां नूं जिन्नी वारी दर्शन करन गया तो बाबा जी कहते पे सी भाई 2.5 घंटे नितनेम करया करो, आ माड़ा लै लो, गुटखा लै लो, नाम का ही उपदेश देंदे पे सी। जिन्नी वारी भी बहुत वारी गए। और 40 साल उन्हें सेवा निभाई, 35 साल महापुरखां नूं दास ने दर्शन किए, नाम का ही होका, सारा दिन गद्दी सैर ते बैठे। चाहे कोई राजा आ गया, चाहे पुलिस वाला आ गया, चाहे कोई और कारोबार वाला अफसर आ गया, शाहूकार आ गया, सब नूं 2.5 घंटे का नितनेम साडा बनदा है। बख्शिश कर रहे सी सारिਆਂ ਦੀ। जिन्हां ने वो महापुरखां की आवाज़ सुनी ते मन्निया, उन्होंने कोई दुख नहीं अज। जिन्हां नहीं मन्नी उन्होंने अज कोई सुख नहीं। पूरे महापुरखां दे बोल दरगाह च पहुँचाते आ, सचखंड च तारते आ, ते संत नाम का होका ही देंदे आ। संतां नूं मतलब ही नाम जपाउण दा। संत जपावे नाम, राम जो दाता मुक्त को, संत जपावे नाम। हुण भाई देख लो की करना है। हुण तां सरकार ने बंदे भी इकट्ठे नहीं होण देने। गुरुद्वारे च भी नहीं आप आ जा सकते, इन्ने इकट्ठे होके महासंपड़ कर लांगे, वो भी बड़ा मुश्किल है। 50-50, 60-60 बंदे लगते सी, 80-80 भी महासंपड़ च। अज सरकार दे रूल ने, वो कोई गिनती दे बंदियां तक उन्हां दी इजाजत है, बाकी इजाजत नहीं। 5-7-10 बंदियां तो इकट्ठे नहीं होने देंदे किते बाद, वो रूल मनना पैना है। ये गुरु साहब कृपा करनगे। जदों समा सी उदों असीं नहीं परवाहां कीतियां, अज हुण असीं पालांगे। सानू गुरु घर नहीं लभणे। सारी उम्र ना भजे फिरो जी, चलो जी हुण फलानी थां ते चलो जी, आ फलाने गुरुद्वारे चले जाओ जी, हुण उधर जाते घूमते फिरते हैं, नाम नहीं जपते। ये रंग चढ़ाउण वास्ते। जे हजूर साहब जाके, हरमंदर साहब जाके, नानकसर भुच्चो साहब महापुरुषों को जाके तुहाडे ते रंग नहीं चढ़िया ते भावें लखां वारी जाओ। महापुरखां दी गुरु घर की संगत नाल रंग चढ़ जे कि तुहाडा घर ही हजूर साहब, हरमंदर साहब ते नानकसर बन जावे। तुसीं घर ही नितनेम सिमरन करो, इन्ने जुड़ जाओ। सब कुछ घर में, बाहर नहीं। बाहर टोले सो भरम भुलाई, हृदय नाम बसायो, घर बैठे गुरु ते आए। 2 महापुरुष कहते नाम जपदे सी, समाधि लाई बैठे सी जंगल च। एक नाल बैठे, एक सुरत जोड़ी हुई है, दूजे बैठे बैठे रोन लग पे। इन्होंने नेत्र खोले साथी महात्मा ने, भाई क्यों रोए, क्यों संत जी? कहते जी हरमंदर साहब मन पहुंच गया सी। कहते चंगा है जी, हरमंदर साहब पहुंच गया। हुण उस तो वध उनकी पढ़ाई सी भी चंगा हरमंदर साहब चला गया। कहता नहीं जी, मैनू इस चीज़ का दुख नहीं, हरमंदर साहब क्यों गया है, मैनू इस चीज़ का दुख है जिस स्थान ते मैं मन जोड़ी बैठा सी,
ਇਹਨੂੰ ਇੱਥੋਂ ਟੁੱਟ ਕੇ ਦੂਜੇ ਥਾਂ ਜਾਣ ਦੀ ਆਦਤ ਪੈ ਗਈ। ਇਹ ਮਨ ਮਰਜ਼ੀਆਂ ਕਰਨ ਲੱਗ ਪਿਆ। ਹੁਣੇ ਇਹ ਪਤਾ ਨਹੀਂ ਕਿੱਥੇ ਕਿੱਥੇ ਜਾਏਗਾ। ਇਸ ਆੜ ਵਿੱਚ ਇਹਨੇ ਭਟਕਣਾ ਸ਼ੁਰੂ ਕਰ ਦੇਣਾ ਹੈ। ਮਨ ਗੁਰੂ ਦੇ ਚਰਨਾਂ 'ਚ ਜੁੜਿਆ ਸੀ, ਧਿਆਨ 'ਚ ਜੁੜਿਆ ਸੀ, ਗੁਰੂ ਦੀ ਮੂਰਤ ਹਿਰਦੇ 'ਚ ਵਸਾਈ ਸੀ, ਨਾਮ ਜਪ ਰਹੇ ਸੀ। ਕਹਿੰਦਾ ਜਿਹੜੇ ਹਿਰਦੇ 'ਚ ਮੂਰਤ ਵਸਾ ਕੇ ਨਾਮ ਜਪਦੇ, ਭਾਵੇਂ ਜੰਗਲ 'ਚ ਵੀ ਬੈਠੇ ਆ, ਉੱਥੇ ਹੀ ਸਭ ਕੁਝ ਉਹ ਵੱਡਾ ਹੈ। ਜੇ ਤੁਸੀਂ ਉੱਥੋਂ ਟੁੱਟ ਕੇ ਆਸੇ ਪਾਸੇ ਮਨ ਭਜਾਉਂਦੇ ਜੇ, ਫਿਰ ਤੁਸੀਂ ਭਟਕ ਰਹੇ ਜੇ। ਇਹ ਭਟਕਣਾ ਹੈ ਸਾਡੀ ਕਿ ਘਰ ਵਿੱਚ ਗੁਰੂ ਸਾਹਿਬ ਦੀ ਸੇਵਾ ਦੇ ਨਹੀਂ ਮਨ ਜੁੜਦਾ ਤੇ ਬਾਹਰ ਨੂੰ ਭੱਜਦੇ ਅਸੀਂ। ਗੁਰੂ ਸਾਹਿਬ ਨੇ ਨਿਤਨੇਮ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਾਡੇ ਕੋਲ ਹੈ। ਨਿਤਨੇਮ ਸਾਨੂੰ ਮਿਲਿਆ ਹੋਇਆ ਹੈ। ਜਦੋਂ ਕਿਤੇ ਗੁਰੂ ਮਿਹਰ ਕਰੇ, ਕਿਤੇ ਸਾਲ 'ਚ ਸਮਾਂ ਮਿਲੇ ਤੇ ਗੁਰਧਾਮਾਂ ਦੀ ਯਾਤਰਾ ਕਰਕੇ ਭਗਤੀ ਕਮਾਓ, ਦਰਸ਼ਨ ਦਿਦਾਰੇ ਕਰੋ, ਦਸਵੰਧ ਦਿਓ, ਪਰ ਇਹੋ ਜਿਹੇ ਨਾ ਜਾਓ ਜਿਹੜੇ ਅੱਜ ਹਜ਼ੂਰ ਸਾਹਿਬ ਫਸੇ ਬੈਠੇ ਆ, ਜਿਹੜੇ ਅੱਜ ਪਟਨਾ ਸਾਹਿਬ ਫਸੇ ਬੈਠੇ ਆ, ਜਿਹੜੇ ਅੱਜ ਦਿੱਲੀ ਗੁਰਦੁਆਰਿਆਂ 'ਚ ਫਸੇ ਬੈਠੇ ਆ। ਜਿਨ੍ਹਾਂ ਦੇ ਦਰਸ਼ਨਾਂ ਨੂੰ ਲੋਚੀਦਾ, ਜਿਨ੍ਹਾਂ ਦੇ ਦਰਸ਼ਨਾਂ ਦਾ ਸੁੱਖ ਹੈ, ਕੰਮ ਕਾਰ ਇੱਥੇ ਹੈ ਨਹੀਂ, ਉੱਥੇ ਅਸੀਂ ਫਸੇ ਹੋਏ ਹਾਂ। ਸੇਵਾ ਕਰਦੇ ਨਹੀਂ ਸੀ, ਦੀਵਾਨ ਚਾਹੁੰਦੇ ਨਹੀਂ ਸੀ। ਤੇ ਜੇ ਦੇਖੋ ਸਰਾਂ ਤੇ ਕਾਰ ਸੇਵਾ ਵਾਲੇ ਬਾਬਿਆਂ ਦੀਆਂ ਸਰਾਵਾਂ ਫੁੱਲ ਭਰੀਆਂ। ਜੇ ਉਹਨਾਂ ਦੇ ਦੇਖੋ ਜਲਸੇ, ਉਥੇ ਧਰਨੇ ਲਾਉਣ ਲੱਗੇ, ਲਾਲਾ ਲਾਲਾ ਕਰਨ ਲੱਗੇ ਜੀ ਸਾਨੂੰ ਭੇਜੋ ਪੰਜਾਬ। ਅੱਗੇ ਪੰਜਾਬ ਕੀ ਪਤਾ ਹੈ? ਹੁਣ ਪਤਾ ਲੱਗ ਜਾਏਗਾ ਕੀ ਹੈ। ਹੁਣ ਤੁਹਾਨੂੰ ਪਤਾ ਲੱਗ ਜਾਏਗਾ ਕੀ ਹੈ। ਜਦੋਂ 20 ਦਿਨ ਬੰਦ ਕੀਤਾ, ਫਿਰ ਬਾਬੇ ਯਾਦ ਆਉਣਗੇ ਵੀ ਚੰਗਾ ਸੀ, ਉੱਥੇ ਤਾਂ ਲੰਗਰ ਪ੍ਰਸ਼ਾਦਾ ਛਕਦੇ ਸੀ, ਸਾਧ ਸੰਗਤ ਨਾਲ ਰਹਿੰਦੇ ਸੀ, ਨਾਮ ਜਪਦੇ ਸੀ, ਤੰਗੀ ਕੋਈ ਨਹੀਂ ਸੀ। ਅਗਿਆਨ ਸਾਡੇ ਅੰਦਰ ਵੜਿਆ ਹੋਇਆ। ਸਾਰੇ ਲੋਕ ਕਹੀ ਜਾਂਦੇ ਆ, ਜੇ ਕਲਗੀਧਰ ਪਾਤਸ਼ਾਹ ਦੇ ਅਵਚਲ ਨਗਰ ਵਿੱਚ ਤੁਸੀਂ ਫਸੇ ਜੇ ਤੇ ਅੱਜ ਤੁਹਾਨੂੰ ਛਡਾਉਣ ਵਾਲਾ ਕੋਈ ਨਹੀਂ, ਕਿਤੇ ਛੁੱਟਣ ਵਾਲੇ ਨਹੀਂ ਤੁਸੀਂ। ਜੇ ਮਹਾਰਾਜ ਨੇ ਚਰਨਾਂ 'ਚ ਰੱਖਿਆ ਹੈ ਨਾ, ਉਹ ਤੁਸੀਂ ਫਸੇ ਹੋਏ ਜੇ। ਸਿੰਘ ਫਸ ਗਏ ਗੁਰੂ ਗੋਬਿੰਦ ਸਿੰਘ ਨਾਲ ਅਨੰਦਪੁਰ ਦੇ ਕਿਲੇ 'ਚ। ਬਦਾਵਾ ਲਿਖ ਕੇ ਆਏ ਕੀ ਹਾਲ ਹੋਇਆ ਸੀ। ਫਸ ਗਏ ਗੁਰੂਆਂ ਨਾਲ। 100 ਸ਼ੁਕਰ ਕਰੋ। ਕਲਗੀਧਰ ਪਾਤਸ਼ਾਹ ਨੂੰ ਕਹੋ ਜੀ ਤੁਸੀਂ ਸਾਨੂੰ ਇੱਥੇ ਰੱਖਿਆ, ਤੁਸੀਂ ਘਰੇ ਭੇਜਣਾ। ਤੁਹਾਡੇ ਹੱਥ ਵਾਸੇ ਤੁਸੀਂ ਮਾਲਕ ਜੇ, ਸਾਡੇ ਕੰਮਕਾਰ ਵੀ ਤੁਸੀਂ ਚਲਾਉਣੇ ਆ। ਉਹ ਤਾਂ ਗੁਰੂ ਗੋਬਿੰਦ ਸਿੰਘ ਤਾਂ ਸਾਨੂੰ ਦਿਸੇ ਨਹੀਂ ਹਜ਼ੂਰ ਸਾਹਿਬ 'ਚ। ਸਾਨੂੰ ਗੁਰੂ ਦਾ ਘਰ ਨਹੀਂ ਦਿਸਿਆ, ਗੁਰੂ ਗੋਬਿੰਦ ਸਿੰਘ ਕੀ ਦਿਸਣੇ ਸੀ। ਮਹਾਂਪੁਰਸ਼ਾਂ ਨਾਲ ਮਿਲ ਕੇ ਸੰਜਨਾ ਮਿਲ ਹਰ ਜਸ ਗਾਇਓ। ਮਹਾਂਪੁਰਖਾਂ ਨਾਲ ਮਿਲ ਕੇ ਨਾਮ ਜਪੋ, ਬੰਦਗੀ ਕਰ ਲਓ, ਭਲੇ ਪਾਸੋਂ ਕਦੀ ਨਾ ਮੂੰਹ ਫੇਰੋ। ਇਸੇ ਨੇ ਸਾਨੂੰ ਰੱਖਿਆ ਹੈ, ਇਸੇ ਨੇ ਸਭ ਕੁਝ ਦਿੱਤਾ ਹੈ। ਇੱਧਰ ਅਸੀਂ ਮੂੰਹ ਨਹੀਂ ਫੇਰਨਾ, ਭਾਵੇਂ ਸਾਡੀ ਮਾਇਆ ਜਾਵੇ, ਭਾਵੇਂ ਸਾਡੇ ਕਾਰੋਬਾਰ ਜਾਣ, ਭਾਵੇਂ ਸਾਡੇ ਰਾਜ ਭਾਗ ਜਾਣ, ਕੋਈ ਵੀ ਜਾਵੇ, ਪਰ ਗੁਰੂ ਨਾਲ ਸਾਡਾ ਫਰਕ ਨਾ ਪਵੇ। ਸਭ ਕੁਝ ਹੀ ਮਿਲ ਜਾਏਗਾ।
जे गुरु गए तो फिर नहीं कोई लभना, फिर सब कुछ ही चला जाएगा। सारे सेवा काल ना करो, नाम जपो बाणी पढ़ो। हुण हुक्मनामा सुन लो। समाप्ति पाठी सिंघा सब नूं वधाइयां जिन्हां ने ये मोर्चा लाई रखना। दास बेनती करता है कि भावें दो सिंह ही बैठे नाम जपी जान, एक ही बैठा जपी जाए। सुखमनी साहब 24 घंटे चली जाए, दो बैठे करी जान, एक गुरु ग्रंथ साहब के जपजी साहब का पाठ चली जाए। भावें दो बंदे ही वारी वारी पाठ करी जान, भावें एक ही लगा रहे, मोर्चा ना खाली रखियो जे बचना जी। नहीं तो ये जिहड़ी अग लगी हुई है ना, ये साडे तक आउण वाली है। गुरु साहब कहते आ जो गुआंढियां दे होया तेरे होण वाला है। कदी ना भुले कि अमरीका च आ कुछ होया है, हिंदुस्तान च भी हो सकता। अज 1100 बंदा मरिया है एक 24 घंटिया च अमरीका च, मौत 1100। 1100 बंदे दी मौत हुई करोना दे नाल। किदे किन्नी किदे किन्नी। ये परमात्मा सानू दिखा रहा भी वो बड़ी पावर वाले सी, बड़े उन्हां कोल प्रबंध सी, बड़ियां फौजां सी, बड़े जहाज सी, बड़ी पावरफुल ताकत सी। अज उनदा ये हाल है, तू किहड़े बाग दी मूली है आखो सी। वाहिगुरू। उन्हें कहा सी सुलेमान तो पठ चगाया, पठियारी उस कबूली, शाह समस्त दी खल चढ़ाई, मंसूर चढ़ाया सूरी। अज 1100 बंदा मरदा पिया अमरीका च, ते अमरीका चढ़िया पिया सूली। ते हिंदुस्तान नूं पुछ लो कि हिंदुस्तान तू किहड़े बाग दी मूड़ी। इहदे कि कोई जोर हैगा? जिहड़े देशां दे विच कुछ हो रहा है, रब नूं ध्याओ, परमात्मा नूं ध्याओ, परमेश्वर नूं ध्याओ। गुरु साहब मेहर करनगे। ओहो जिहियां दवाइयां वरतो जिहड़ियां इस बीमारी तो बचाउण वालियां ने। ਜਿਹੜੇ भी अपने देसी आयुर्वैदिक या कोई भी टोटके ने थोड़े थोड़े करी जाओ नाल, ते नाल नाम जरूर जपो, बाणी जरूर पढ़ो, घरां विच सहज पाठ कर खोल लो, माला शुरू कर लियो, सुखमनी दे शुरू कर लो। मोर्चा ना खाली छड्डियो। जे तुहाडे घर दा मोर्चा नाम तो खाली हो गया तो ये कलयुग दी अग तुहानूं लपेट च लै सकदी। जे तुहाडे घर दा मोर्चा बंद ना होया नाम जपण वाला, तुसीं नगरी नूं भी बचा सकदे जी, आपदी इलाके नूं बचा सकदे जे, जेकर इत्थे गुरबाणी दे प्रवाह पाठ चलाओ। जदों कोई कहंदे सानूं अवसर, ये 5-7 बंदे जिहड़े पाठ करते हैं, उन्होंने कहीदा भाई तुहाडे भले वास्ते कर रहे हैं सारे। तो असूलों तो असीं बिल्कुल लंघना नहीं करते। बंदियां नूं पूरी पाबंदी च रखीदा, हदायत नाल रखीदा, खाना पीना किसी नाल मिलना नहीं। जो कोई सरकार कहती है सब कुछ रखीदा, बेशक डॉक्टरी नाल चेक कर लो। असीं जे 5-7 बंदे लाए आ पाठ करन, तुहाडे संसार दे भले वास्ते लाए होए आ, ना असीं माया लैने आ ना देने आ। जे कोई थोड़ा बहुता पाठियां नूं गुजारा दे देंगे, परिवार पालने उन्होंने, पर सौदेबाजियां नहीं असीं कर रहे, किसी तो माया लैके नहीं पाठ कर रहे, सिर्फ जग दे भले वास्ते।
ਜਦੋਂ ਤੱਕ ਗੁਰੂ ਸਾਹਿਬ ਚਾਹਣਗੇ ਕਿਰਪਾ ਕਰਨਗੇ ਇਹ ਪਾਠ ਕਰਾਈ ਜਾਣਗੇ। ਜੇ ਬਹੁਤਾ ਹੀ ਸਿਰ ਦੇ ਉੱਤੋਂ ਦੀ ਪਾਣੀ ਵਹਿਣ ਲੱਗਾ ਤੇ ਫਿਰ ਗੁਰੂ ਸਾਹਿਬ ਜਾਣਨਗੇ, ਉਹਨਾਂ ਦੀ ਰਜ਼ਾ ਹੈ। ਤੇ ਸਾਰਿਆਂ ਨੂੰ ਬੇਨਤੀ ਹੈ ਜਿੱਥੇ ਜਿੱਥੇ ਵੀ ਘਰਾਂ ਵਿੱਚ ਗੁਰਬਾਣੀ ਨਾਲ ਜੁੜ ਜਾਵੋ ਤੇ ਬਿਲਕੁਲ ਬੰਦ ਕਰ ਲਓ। ਇਹ ਨਹੀਂ ਪਤਾ ਕਿ ਸਾਨੂੰ ਗੁਰਦੁਆਰੇ ਤੇ ਡੇਰੇ ਬਾਹਰੋਂ ਅੰਦਰੋਂ ਤਾਲੇ ਲਾਉਣੇ ਪੈਣਗੇ, ਅੰਦਰਲੇ ਹੀ ਅੰਦਰ ਰਹਿਣਗੇ। ਤੇ ਕਿੰਨਾ ਚਿਰ ਕੋਈ ਪਤਾ ਨਹੀਂ। ਇਹ ਕੋਈ ਬਿਮਾਰੀਆਂ ਵਰਗੀ ਬਿਮਾਰੀ ਨਹੀਂ, ਕਾਲ ਹੈ। ਜਮਾਂ ਦਾ ਡੌਰੂ ਬਚ ਗਿਆ। ਕੰਮ ਕਰਕੇ ਦਿਖਾਓ। ਅਜੇ ਤਾਂ ਸਰਕਾਰ ਕੋਈ ਨਾ ਕੋਈ ਕਰੀ ਆਉਂਦੀ, ਤੁਹਾਨੂੰ ਸਮਾਨ ਦੇਈ ਜਾਂਦੀ, ਸਹੂਲਤਾਂ ਦੇਈ ਜਾਂਦੀ, ਪਹੁੰਚਾਈ ਜਾਂਦੀ ਏ। ਸਰਕਾਰ ਦੇ ਵੀ ਹੱਥ ਖੜੇ ਕਰਨ ਵਾਲੀ ਨੌਬਤ ਆ ਸਕਦੀ ਹੈ ਸਾਡੇ ਲੋਕਾਂ ਦੀ ਵਜ੍ਹਾ ਕਰਕੇ। ਸਰਕਾਰ ਦੀ ਵੀ ਨੌਬਤ ਆ ਜਾਏਗੀ ਹੱਥ ਖੜੇ ਕਰਨੀ ਸਾਡੀ ਵਜ੍ਹਾ ਕਰਕੇ, ਕਿ ਜਿਹੜੇ ਲੋਕ ਅਸੀਂ ਅਜੇ ਹਟ ਨਹੀਂ ਰਹੇ ਗੜਬੜਾ ਕਰਨੋਂ। ਪਿੰਡ ਪਿੰਡ ਦਾ ਪਹਿਰਾ ਆਪ ਦਿਓ ਕਿ ਨਵਾਂ ਬੰਦਾ ਆਇਆ ਉਹਦਾ ਚੈੱਕਅਪ ਜ਼ਰੂਰ ਕਰਾਓ। ਮਹੀਨਾ ਕੋਈ ਕਿਤੇ 2 ਮਹੀਨਿਆਂ ਬਾਅਦ ਆਇਆ ਹੈ, ਉਹ ਪਤਾ ਹੀ ਨਹੀਂ ਕੀ ਲੈ ਕੇ ਆਇਆ ਤੁਹਾਡੇ ਪਿੰਡ 'ਚ। ਤੇ ਪਿੰਡਾਂ ਦੇ ਪਹਿਰੇ ਲਾਉਣੇ ਪੈਣੇ ਆਪ। ਕੋਈ ਬੰਦਾ ਕਿੱਧਰੋਂ ਆ ਗਿਆ, ਸਰਕਾਰ ਲੱਗੀ ਹੋਈ ਜ਼ਬਰਦਸਤੀ, ਪੁਲਿਸ ਵਾਲੇ ਉਦੋਂ ਹੀ ਨਾਂ ਲਿਖ ਕੇ ਲੈ ਜਾਂਦੇ, ਉਦੋਂ ਹੀ ਬੰਦੇ ਨੂੰ ਚੱਕ ਕੇ ਲੈ ਜਾਂਦੇ, ਉਦੋਂ ਹੀ ਚੈੱਕਅਪ ਕਰਾਉਂਦੇ ਸਿਹਤ ਵਿਭਾਗ ਵਾਲੇ, ਉਦੋਂ ਹੀ 15-15 ਦਿਨ ਬੰਦ ਕਰ ਦਿੰਦੇ ਸ਼ੱਕੀ ਬੰਦੇ ਨੂੰ। ਅਜੇ ਤਾਂ ਇਹ ਲੜਦੀ ਪਈ ਜਦੋਂ ਹਥਿਆਰ ਹੀ ਮੁੱਕ ਗਏ। ਡਾਕਟਰ ਵੀ ਮਰਦੇ ਪਏ ਨੇ, ਨਰਸਾਂ ਵੀ ਮਰਦੀਆਂ ਪਈਆਂ, ਪੁਲਿਸ ਵਾਲੇ ਵੀ ਮਰਦੇ ਪਏ ਨੇ, ਹਸਪਤਾਲ ਦੇ ਕਰਮਚਾਰੀ ਵੀ ਮਰਦੇ ਪਏ ਨੇ। ਕੌਣ ਸੰਭਾਲੇਗਾ ਤੁਹਾਨੂੰ? ਜੇ ਬਚੇ ਹੋਏ ਆ ਤੇ ਬਚੇ ਰਹੋ ਬਸ। ਜਿਹੜੇ ਮਰਦੇ ਪਏ ਆ ਉਹ ਅਸੀਂ ਬਚੀਏ, ਜਿਹੜੇ ਬਚੇ ਆ ਬਚੇ ਰਹੋ। ਉਹਨੇ ਕੋਈ ਏਰੀਏ ਨੂੰ ਸੰਭਾਲ ਕੇ ਰੱਖੋ। ਰੱਖਿਆ ਗੁਰੂ ਸਾਹਿਬ ਨੇ ਕਰਨੀ। ਹਰ ਜਸ ਗਾਇਨ।